ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਮਨੁੱਖਾ ਜਨਮ ਕਿਉਂ ਮਿਲਿਆ ਹੈ? ਪਰਮਾਤਮਾ ਨੇ ਕਿਉਂ ਦਿੱਤਾ ਹੈ? ਕੀ ਕਰਨ ਨੂੰ ਦਿੱਤਾ ਹੈ? ਇਸ ਦਾ ਮੇਨ ਮਕਸਦ ਕੀ ਸੀ? ਕੀ ਖੇਡ ਖੇਡੀ? ਕੀ ਖੇਡਣਾ ਚਾਹੁੰਦਾ ਹੈ? ਸਰੀਰ ਦੀ ਆਪਣੀ ਹੋਂਦ ਹੀ ਨਹੀਂ, ਫਿਰ ਵੀ ਪ੍ਰਧਾਨ ਹੈ, ਮੋਢੀ ਹੈ, ਕਰਤਾ ਧਰਤਾ ਹੈ। ਇਹ ਇੱਕ ਬਹੁਤ ਲੰਬੀ ਖੇਡ ਹੈ। ਬੰਦੇ ਨੂੰ ਸਮਝ ਨਹੀਂ ਆ ਸਕਦੀ। ਬੰਦਾ ਸਮਝ ਹੀ ਨਹੀਂ ਸਕਦਾ, ਕਿਉਂਕਿ ਬੰਦਾ ਇੱਕ ਸਰੀਰ ਹੈ, ਅਗਿਆਨੀ ਹੈ, ਮ੍ਰਿਤਕ ਹੈ, ਪ੍ਰੇਤ ਹੈ, ਜਜਰੀ ਹੈ। ਇਸ ਦੇ ਅੰਦਰ ਹੀ ਰੱਬ ਹੈ। ਉਸ ਨੂੰ ਇਸ ਹਨੇਰੀ ਕੋਠੜੀ ਵਿੱਚੋਂ ਲੱਭਣਾ ਹੈ। ਇਹ ਰੱਬੀ ਖੇਡ ਹੈ। ਇਸ ਲਈ ਸਰੀਰ ਬਣਾਇਆ ਹੈ। ਰੱਬ ਦੀ ਮਿਹਰ ਤੋਂ ਬਗੈਰ ਕੋਈ ਲੱਭ ਹੀ ਨਹੀਂ ਸਕਦਾ। ਰੱਬ ਹੀ ਮਿਹਰ ਕਰੇ ਤਾਂ ਪੂਰਨ ਗੁਰੂ ਮਿਲਾਉਂਦਾ ਹੈ। ਪੂਰਾ ਅਭੁੱਲ ਗੁਰੂ ਰੱਬ ਨਾਲ ਮਿਲਾ ਦਿੰਦਾ ਹੈ। ਹੋਰ ਕੋਈ ਚਾਰਾ ਹੀ ਨਹੀਂ। ਤੁਹਾਡੇ ਕੋਲ ਹੋਰ ਕੋਈ ਤਰੀਕਾ ਹੈ ਤਾਂ ਦੱਸੋ, ਆਪਾਂ ਉਸ ਤਰੀਕੇ ਨਾਲ ਮਿਲ ਲੈਂਦੇ ਹਾਂ। ਆਓ ਦੱਸੋ, ਤੁਸੀਂ ਰੱਬ ਬਾਰੇ ਕੀ ਜਾਣਦੇ ਹੋ? ਇੱਕ ਹੈ ਰੱਬ ਮਿਹਰ ਕਰੇਗਾ, ਗੁਰੂ ਮਿਲਾਏਗਾ। ਜੇ ਰੱਬ ਮਿਹਰ ਨਾ ਕਰੇ ਤਾਂ ਫਿਰ ਗੁਰੂ ਕਿਵੇਂ ਮਿਲੇਗਾ? ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਕੀਤਿਆਂ ਮਿਹਰ ਹੋ ਜਾਂਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਦਾਸ ਕੀਤਿਆਂ ਵੀ ਬਖਸ਼ਿਸ਼ ਹੋ ਜਾਂਦੀ ਹੈ। ਗੁਰਸਿੱਖਾਂ ਦੀ ਚਰਨ ਧੂੜ ਲੈਣ ਨਾਲ ਵੀ ਬਖਸ਼ਿਸ਼ ਹੋ ਜਾਂਦੀ ਹੈ। ਜੂਠੇ ਭਾਂਡੇ ਮਾਂਜਣ ਨਾਲ ਵੀ ਬਖਸ਼ਿਸ਼ ਹੋ ਜਾਂਦੀ ਹੈ। ਗੁਰਦੁਆਰੇ ਝਾੜੂ ਪੋਚੇ ਦੀ ਸੇਵਾ ਕਰਨ ਨਾਲ ਵੀ ਬਖਸ਼ਿਸ਼ ਹੋ ਜਾਂਦੀ ਹੈ। ਲੰਗਰ ਵਿੱਚ ਸੇਵਾ ਕਰਨ ਨਾਲ ਵੀ ਬਖਸ਼ਿਸ਼ ਹੋ ਜਾਂਦੀ ਹੈ। ਅੱਗ ਦੀ ਸੇਵਾ, ਪਾਣੀ ਦੀ ਸੇਵਾ, ਆਟੇ ਦੀ ਸੇਵਾ, ਸਫਾਈ ਦੀ ਸੇਵਾ, ਰੋਟੀਆਂ ਪਕਾਉਣ ਦੀ ਸੇਵਾ, ਲੰਗਰ ਵਰਤਾਉਣ ਦੀ ਸੇਵਾ, ਦਸਵੰਧ ਗੁਰਦੁਆਰੇ ਜਾਂ ਲੋੜਵੰਦੇ ਗੁਰਸਿੱਖ ਨੂੰ ਦੇਣ ਨਾਲ ਵੀ ਬਖਸ਼ਿਸ਼ ਹੋ ਜਾਂਦੀ ਹੈ। ਪਰ ਮਨ ਸਾਫ਼ ਹੋਣਾ ਚਾਹੀਦਾ ਹੈ। ਨੀਅਤ ਸਾਫ਼ ਹੋਣੀ ਚਾਹੀਦੀ ਹੈ। ਮਨ ਦੀ ਭਾਵਨਾ ਠੀਕ ਹੋਣੀ ਚਾਹੀਦੀ ਹੈ। ਸੇਵਾ ਕਰਨ ਵਾਲਾ ਕੋਈ ਵੀ ਕੁਰੈਤ ਨਾ ਕਰਦਾ ਹੋਵੇ, ਲੋਕਾਂ ਦਾ ਖੂਨ ਨਾ ਪੀਂਦਾ ਹੋਵੇ, ਵੱਡੀ ਖੋਰਾ ਨਾ ਹੋਵੇ, ਬਖਸ਼ਿਸ਼ ਹੋ ਜਾਏਗੀ। ਸਿਰ ਮੂੰਹ ਮੁੰਨਿਆ ਹੋਇਆ ਹੈ, ਸ਼ਰਾਬ ਪੀਂਦਾ ਹੈ, ਬੀੜਾ ਲਾਇਆ ਹੋਇਆ ਆ, ਲੰਗਰ ਵਿੱਚ ਸੇਵਾ ਕਰਨ ਦੇ ਬਹਾਨੇ ਕੁੜੀਆਂ ਵੇਖਣ ਆਇਆ ਹੋਇਆ, ਕੁੜੀਆਂ ਨੂੰ ਛੇੜਦਾ ਵੀ ਹੈ। ਉਸ ਦੀ ਆਪਣੀ ਸਹੇਲੀ ਵੀ ਲੰਗਰ ਵਿੱਚ ਸੇਵਾ ਕਰਨ ਆਈ ਹੋਈ ਹੈ। ਜਾਂ ਲੰਗਰ ਦੀ ਸੇਵਾ ਕਰ ਰਿਹਾ ਆ, ਕਿੰਨੇ ਪੈਸੇ ਬਚਣਗੇ? ਫਾਇਦਾ ਕੀ ਹੋਵੇਗਾ? ਜਿਵੇਂ ਹੋਲੇ ਮਹੱਲੇ 'ਤੇ ਰਾਹਾਂ ਵਿੱਚ ਲੰਗਰ ਲੱਗਦੇ ਨੇ, ਯਾਤਰੂ ਪੈਸੇ ਦੇ ਜਾਂਦੇ ਹਨ। 2 ਦਿਨਾਂ ਵਿੱਚ 5-10 ਹਜ਼ਾਰ ਬਚ ਜਾਂਦਾ ਆ। ਕਿਰਪਾ ਹੀ ਕਿਰਪਾ ਹੈ। ਨਾਲੇ ਕੁੜੀਆਂ ਦੇਖ ਲਈਆਂ, ਛੇੜ ਵੀ ਲਈਆਂ, ਕਈ ਸਹੇਲੀਆਂ ਵੀ ਬਣ ਜਾਂਦੀਆਂ ਨੇ। ਕੁੜੀਆਂ ਵੀ ਤਾਂ ਮੁੰਡੇ ਦੇਖਣ ਆਈਆਂ ਹੁੰਦੀਆਂ ਹਨ। ਆਪਸ ਵਿੱਚ ਗੱਲਬਾਤ ਹੋ ਜਾਂਦੀ ਹੈ। ਲੰਗਰ ਦਿਨ ਰਾਤ ਚੱਲਦਾ ਆ। ਦਿਨੇ ਸੇਵਾ, ਰਾਤ ਨੂੰ ਪਿਆਰ ਦੀਆਂ ਗੱਲਾਂ। ਪਿਆਰ ਵੀ ਹੋ ਜਾਂਦਾ ਆ, ਨਾਲੇ ਪੁੰਨ ਨਾਲੇ ਫਲੀਆਂ। 5-10 ਹਜ਼ਾਰ ਬਚ ਵੀ ਜਾਂਦਾ। ਕੁੜੀਆਂ ਨਾਲ ਪਿਆਰ ਵੀ ਹੋ ਗਿਆ। ਕਿਆ ਬਾਤਾਂ ਹਨ। ਕਿਰਪਾ ਹੀ ਕਿਰਪਾ ਆ। ਸੋ ਇਸ ਤਰ੍ਹਾਂ ਬਖਸ਼ਿਸ਼ ਨਹੀਂ ਹੁੰਦੀ। ਬਖਸ਼ਿਸ਼ ਕੀ ਹੁੰਦੀ ਹੈ? ਇਹ ਸਾਰਾ ਸੰਸਾਰ, ਧਰਤੀ, ਪਾਣੀ, ਹਵਾ, ਅੱਗ, ਆਕਾਸ਼, ਤਾਰੇ, ਸੂਰਜ,
दिन रात जी जंत 84 ਲੱਖ ਜੂਨ ਚੱਲਣਹਾਰ ਹੈ। नाशवंत है, आरजी है, टम्परेरी है, अविनाशी नहीं है। सारी कुदरत, होल यूनीवर्स, कोट ब्रह्मंड नाशवंत हैं। हर दिसती चीज़ नाशवंत है। झूठ है, ठगी है, परपंच है, हेरा फेरी है, धोखा है, फरेब है जीव नाल। फिर सच की है, अविनाशी की है? जो दिसदा नहीं वो सच है। हमेशा सी, हमेशा है, हमेशा रहेगा। रब सच है, परमात्मा सच है, शरीर दे अंदर आत्मा सच है। दसे गुरु दिसदे नहीं, सच ਹਨ। ਰੱਬ ਦਾ, ਦਸਾਂ ਗੁਰੂਆਂ ਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਵਾਸ ਸੱਚਖੰਡ ਹੈ। ਸੱਚਖੰਡ ਜਿੱਥੇ ਰੱਬ ਰਹਿੰਦਾ ਹੈ, ਸੱਚ ਰਹਿੰਦਾ ਹੈ। ਜਿਨ੍ਹਾਂ ਨੇ ਵੀ ਮੁਕਤੀ ਪ੍ਰਾਪਤ ਕੀਤੀ ਹੈ ਉਹ ਸੱਚੇ ਹਨ, ਰੱਬ ਵਰਗੇ ਹਨ। ਉਹ ਵੀ ਸੱਚਖੰਡ ਹਨ। ਜਿਵੇਂ 5 ਪਿਆਰੇ, 4 ਸਾਹਿਬਜ਼ਾਦੇ, ਸਾਰੇ ਭਗਤ, ਭੱਟ, ਜੀਸਸ, ਸੁਕਰਾਤ, ਬਹੁਤ ਗੋਰੇ ਜਿਨ੍ਹਾਂ ਭਗਤੀ ਕੀਤੀ ਹੈ। ਹਿੰਦੂ ਵੀ ਹਨ, ਬ੍ਰਾਹਮਣ ਪੰਡਿਤ ਵੀ ਹਨ, ਮੁਸਲਮਾਨ ਵੀ ਹਨ, ਸ਼ੂਦਰ ਵੀ ਹਨ। ਪਰ ਸਿਰ ਘੋਣ ਮੋਨ ਕੋਈ ਨਹੀਂ ਹੈ ਤੇ ਨੰਗੇ ਸਿਰ ਵਾਲਾ ਕੋਈ ਨਹੀਂ। ਵੱਡੀ ਖੋਰਾ ਕੋਈ ਨਹੀਂ, ਨਸ਼ਈ ਕੋਈ ਨਹੀਂ, ਚਰਿੱਤਰਹੀਣ ਸ਼ਿਵਜੀ, ਬ੍ਰਹਮਾ, ਇੰਦਰ ਤੇ ਕ੍ਰਿਸ਼ਨ ਵਰਗਾ ਕੋਈ ਨਹੀਂ। ਕੋਈ ਅਖੌਤੀ ਸੰਤ ਉੱਥੇ ਨਹੀਂ। ਕੋਈ ਗੁਰੂ ਮਾਂ, ਬਾਪੂ, ਮਹਾਰਾਜ, 108, 1008 ਸ਼੍ਰੀ ਉੱਥੇ ਨਹੀਂ ਹੈ। ਬਹੁਤੇ ਸਿੰਘ ਹਨ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ। ਗੁਰੂ ਪਾਤਸ਼ਾਹ ਦੇ ਨਾਲ 239 ਸਾਲ ਵਿਚਰੇ, ਪਾਤਸ਼ਾਹ ਦੀ ਸੇਵਾ ਕੀਤੀ, ਸਿੱਖੀ ਦੀ ਸੇਵਾ ਕੀਤੀ, ਸੰਗਤ ਦੀ ਸੇਵਾ ਕੀਤੀ। ਸਾਰੇ ਹੀ ਉੱਥੇ ਹਨ। ਹਿੰਦੂ ਹੇਅਰ ਕੱਟ ਤੇ ਕਲੀਨ ਸ਼ੇਵ ਕੋਈ ਨਹੀਂ, ਸਾਰੇ ਸਾਬਤ ਸੂਰਤ ਨੇ। ਸੱਚਖੰਡ ਜਾਣਾ ਹੀ ਮੁਕਤੀ ਹੈ। ਜੀਵਨ ਮਨੋਰਥ ਹੈ, ਮਨੁੱਖਾ ਜਨਮ ਦੀ ਪ੍ਰਾਪਤੀ ਹੈ। ਇਸੇ ਲਈ ਮਨੁੱਖਾ ਜਨਮ ਵਾਹਿਗੁਰੂ ਨੇ ਦਿੱਤਾ ਹੈ। ਸਰੀਰ ਅਤ ਗੰਦਾ ਹੈ। ਜੇ ਅੰਦਰਲੇ ਰੱਬ ਦੀ ਸਮਝ ਨਾ ਆਈ, ਅੰਦਰਲੇ ਰੱਬ ਦੀ, ਗੁਰੂ ਨਾਨਕ ਤੋਂ ਬਗੈਰ ਕਿਸੇ ਨੂੰ ਸਮਝ ਨਹੀਂ। ਗੁਰੂ ਨਾਨਕ ਅੰਮ੍ਰਿਤ ਛਕਣ ਤੋਂ ਬਗੈਰ ਬੰਦੇ ਨੂੰ ਕੁੱਤਾ, ਬਿੱਲਾ, ਸੂਰ, ਕਾਂ, ਸੱਪ ਆਖਦਾ ਹੈ, ਬੰਦਾ ਆਖਦਾ ਹੀ ਨਹੀਂ। ਅੰਦਰਲੇ ਰੱਬ ਕੋਲ ਇਨਸਾਨੀਅਤ ਹੈ, ਦੈਵੀ ਗੁਣ ਹਨ, ਸਰਬੱਤ ਦਾ ਭਲਾ, ਪਰਉਪਕਾਰੀ ਹੈ, ਸੇਵਾਦਾਰ ਹੈ। 5 ਭੂਤਕ ਸਰੀਰ ਔਰਤ ਦਾ, ਸ਼ਰਾਬ ਦਾ, ਨਸ਼ੇ ਦਾ, ਸੋਹਣਾ ਰਹਿਣ ਦਾ ਤੇ ਆਪਣੀ ਸ਼ੋਹਰਤ ਦਾ ਬਹੁਤ ਭੁੱਖਾ ਹੈ, ਸ਼ੌਕੀਨ ਹੈ, ਗੁੰਡਾ ਵੀ ਹੈ, ਕਾਤਲ ਹੈ, ਚੋਰ ਹੈ, ਡਾਕੂ ਹੈ, ਮੂਰਖ ਵੀ ਹੈ, ਪਾਪੀ ਹੈ, ਝੂਠਾ ਹੈ, ਮੈਲ ਗੰਦ ਖਾਣ ਦਾ ਸ਼ੌਕੀਨ ਹੈ, ਖੂਨ ਪੀਣ ਦੀ ਆਦਤ ਹੈ, ਵੱਡੀ ਖੋਰਾ ਹੈ, ਨਿੰਦਕ ਹੈ, ਫੱਫੇ ਕੁੱਟਣ ਹੈ, ਗਪੌੜੀ ਹੈ, ਚਾਲਬਾਜ਼ ਹੈ, ਪੈਸੇ ਪਿੱਛੇ ਸਭ ਕੁਝ ਕਰ ਸਕਦਾ ਹੈ, ਦੇਸ਼ ਵੇਚ ਸਕਦਾ ਹੈ, ਧੀ ਭੈਣ ਮਾਂ ਵਹੁਟੀ ਵੇਚ ਸਕਦਾ ਆ, ਸਮਗਲਿੰਗ ਕਰ ਰਿਹਾ ਹੈ, ਹਰ ਗਲਤ ਕੰਮ ਕਰਨ ਨੂੰ ਤਿਆਰ ਹੈ। ਮਾਇਆ ਦਿਓ। ਇਸ ਸਰੀਰ ਨੂੰ ਮੁਕਤੀ ਦੀ ਸੋਝੀ ਨਹੀਂ।
ਆਪਣੇ ਜੀਵਨ ਮਨੋਰਥ ਦੀ ਕੋਈ ਸੋਝੀ ਨਹੀਂ, ਨਾਮ ਦੀ ਕੋਈ ਸੋਝੀ ਨਹੀਂ, ਬਾਣੀ ਦੀ ਕੋਈ ਸੋਝੀ ਨਹੀਂ, ਗੁਰੂ ਦੀ, ਰੱਬ ਦੀ ਕੋਈ ਸੋਝੀ ਨਹੀਂ, ਅਗਲੀ ਦੁਨੀਆ ਦੀ ਕੋਈ ਸੋਝੀ ਨਹੀਂ। ਅੰਦ੍ਰਿਸ਼ਟ ਦੁਨੀਆ ਨੂੰ ਤਾਂ ਜਾਣਦਾ ਹੀ ਨਹੀਂ, ਜਾਣਨਾ ਵੀ ਨਹੀਂ ਚਾਹੁੰਦਾ। ਨਰਕਾਂ ਦੀ ਸੋਝੀ ਨਹੀਂ, ਧਰਮਰਾਜ ਦੀ ਕੋਈ ਸੋਝੀ ਨਹੀਂ, ਜਮਦੂਤ ਤੇ ਉਹਨਾਂ ਦੀ ਮਾਰ, ਉਹਨਾਂ ਦੀਆਂ ਸਜ਼ਾਵਾਂ ਦੀ ਕੋਈ ਸੋਝੀ ਨਹੀਂ। ਮੈਂ 84 ਲੱਖ ਜੂਨਾਂ ਭੁਗਤਣੀਆਂ ਹਨ, ਕੋਈ ਸੋਝੀ ਨਹੀਂ। ਮੈਂ ਕੀ ਕਰ ਰਿਹਾ ਹਾਂ ਪਤਾ ਨਹੀਂ। ਗੁਰੂ ਪਾਤਸ਼ਾਹ ਨੇ, ਗੁਰਬਾਣੀ ਨੇ ਪੰਜ ਭੂਤਕ ਸਰੀਰ ਨੂੰ ਖੋਤਾ ਲਿਖਿਆ ਆ। ਖੋਤੇ ਦਾ ਸੁਆਹ ਨਾਲ ਬਹੁਤ ਪਿਆਰ ਹੁੰਦਾ ਹੈ, ਮਿੱਟੀ ਨਾਲ, ਰੇਤਾ ਨਾਲ, ਚਿੱਕੜ ਨਾਲ ਬਹੁਤ ਪਿਆਰ ਹੁੰਦਾ ਆ। ਪਲਟੀਆਂ ਮਾਰਦਾ ਆ, ਬਹੁਤ ਖੁਸ਼ ਰਹਿੰਦਾ ਆ, ਹੀਂਗਦਾ ਆ, ਅਤੀ ਖੁਸ਼ ਹੈ। ਇੱਧਰ ਨਾਸ਼ਵੰਤ ਦੁਨੀਆ ਵਿੱਚ ਜੀਵ ਆਤਮਾ ਜਾਂ ਰੱਬ, ਗੁਰੂ ਨਾਨਕ ਕਹਿ ਲਓ, ਸਰੀਰ ਵਿੱਚ ਆਇਆ ਬੈਠਾ ਆ। ਰੱਬ ਦੀ ਖੇਡ ਔਖੀ ਹੈ। ਰੱਬ ਇਸ ਸ੍ਰਿਸ਼ਟੀ ਨੂੰ ਝੂਠੀ, ਨਾਸ਼ਵੰਤ, ਮਿੱਟੀ, ਸੁਆਹ ਆਖਦਾ ਹੈ। ਮਾਇਆ, ਪੈਸਾ, ਡਾਲਰ, ਪੌਂਡ ਨੂੰ ਸੁਆਹ ਆਖਦਾ ਹੈ। ਸਰੀਰ, ਪਰਿਵਾਰ, ਮਾਂ ਪਿਓ, ਧੀ, ਵਹੁਟੀ, ਭੈਣ, ਭਰਾ, ਪੁੱਤਰ, ਜਵਾਈ, ਭਣਵਈਆ, ਨੂੰਹ, ਸਾਰੇ ਰਿਸ਼ਤਿਆਂ ਨੂੰ ਨਾਸ਼ਵੰਤ ਸੁਆਹ ਆਖਦਾ ਆ। ਬਹੁਤ ਅਮੀਰ ਹੈ, ਬਹੁਤ ਮਾਇਆ ਹੈ, ਸੁਆਹ ਹੀ ਹੈ। ਬਹੁਤ ਜ਼ਮੀਨ ਹੈ, ਲੈਂਡਲੋਰਡ ਹੈ, ਸੁਆਹ ਹੀ ਹੈ, ਮਿੱਟੀ ਹੈ। ਬਹੁਤ ਫੈਕਟਰੀਆਂ ਹਨ, ਸੁਆਹ ਹੀ ਹੈ। ਬਹੁਤ ਚੰਗਾ ਬਿਜ਼ਨਸ ਹੈ, ਸੁਆਹ ਹੀ ਹੈ। ਮੁੰਡੇ ਬਾਹਰ ਗਏ ਨੇ, ਬਹੁਤ ਵਧੀਆ ਮਹਿਲ ਮਾੜੀਆਂ ਨੇ, ਸੁਆਹ ਹੀ ਹਨ। ਬਹੁਤ ਪੜ੍ਹਿਆ ਲਿਖਿਆ ਪਰਿਵਾਰ ਹੈ। ਵਿੱਦਿਆ ਸੁਆਹ ਕਮਾਉਣ ਤੋਂ ਬਗੈਰ ਕੰਮ ਕਿੱਥੇ ਆਉਂਦੀ ਹੈ। ਸਾਰੇ ਤੰਦਰੁਸਤ ਹਨ, ਫਿਰ ਕੀ ਹੋਇਆ, ਸੁਆਹ ਹੀ ਹੈ। ਰਾਜਾ ਹੈ, ਬਹੁਤ ਧਨੀ ਹੈ, ਬਹੁਤ ਫੌਜ ਹੈ, ਫਿਰ ਕੀ ਹੋਇਆ, ਸਭ ਵਿਅਰਥ ਹੀ ਹੈ। ਪੰਜ ਪੁੜੀਆਂ ਦਾ ਬਣਿਆ, ਮਿੱਟੀ ਦੀਆਂ ਪੁੜੀਆਂ ਦਾ ਬਣਿਆ ਇਹ ਸਰੀਰ ਇੱਥੇ ਹੀ ਰਹਿ ਜਾਣਾ, ਇੱਥੇ ਹੀ ਸੜ ਜਾਣਾ, ਇੱਥੇ ਹੀ ਸੁਆਹ ਹੋ ਜਾਣਾ। ਫਿਰ ਸਭ ਉਤਲੀਆਂ ਗੱਲਾਂ ਇਸ ਦੇ ਕੀ ਕੰਮ ਆਉਂਦੀਆਂ ਹਨ। ਉਹ ਵੀ ਇੱਕ ਦਿਨ ਮਿੱਟੀ ਹੋ ਜਾਣੇ ਹਨ, ਸੁਆਹ ਹੀ ਹੋ ਜਾਣੇ ਹਨ। ਅੰਦਰਲੇ ਰੱਬ ਦੇ ਕੀ ਕੰਮ ਆਇਆ। ਜਿਹੜੀ ਵੀ ਚੀਜ਼ ਰੱਬ ਦੇ ਕੰਮ ਨਹੀਂ, ਨਾਲ ਨਹੀਂ ਜਾਣੀ, ਅੱਗੇ ਕੰਮ ਨਹੀਂ ਆਉਣੀ, ਮੁਕਤੀ ਨਹੀਂ ਦਿਵਾ ਸਕਦੀ, ਰੱਬ ਦੀ ਪਹਿਚਾਣ ਨਹੀਂ ਕਰਵਾ ਸਕਦੀ, ਰੱਬ ਨਾਲ ਮਿਲਾਪ ਨਹੀਂ ਦਿਵਾ ਸਕਦੀ, ਰੱਬ ਬਾਰੇ ਗਿਆਨ ਨਹੀਂ ਦਿੰਦੀ, ਵਾਕਫੀਅਤ ਨਹੀਂ ਦਿੰਦੀ, ਰੱਬ ਨਾਲ ਦੋਸਤੀ ਨਹੀਂ ਪਾਉਂਦੀ, ਰੱਬ ਨਾਲ ਨੇੜਤਾ ਨਹੀਂ ਕਰਵਾਉਂਦੀ, ਹਉਮੈ ਨਹੀਂ ਮਾਰਦੀ, ਸਰਬੱਤ ਦਾ ਭਲਾ ਨਹੀਂ ਸਿਖਾਉਂਦੀ, ਪਰਉਪਕਾਰੀ ਨਹੀਂ ਬਣਾਉਂਦੀ, ਸੇਵਾਦਾਰ, ਨੌਕਰ, ਦਾਸ ਨਹੀਂ ਬਣਾਉਂਦੀ, ਅੰਦਰੋਂ ਵਿਕਾਰ ਨਹੀਂ ਮਾਰਦੀ, ਇਨਸਾਨੀਅਤ ਨਹੀਂ ਸਿਖਾਉਂਦੀ, ਸਭ ਸੁਆਹ ਹੀ ਹੈ, ਵਿਅਰਥ ਹੀ ਹੈ। ਜੀਵ ਆਤਮਾ ਨੇ, ਰੱਬ ਨੇ, ਗੁਰੂ ਨਾਨਕ ਨੇ ਵਾਪਸ ਆਪਣੇ ਘਰ ਸੱਚਖੰਡ ਜਾਣਾ ਹੈ। ਕਿਵੇਂ ਜਾਏਗਾ? ਜੇ ਰੱਬ ਨੂੰ, ਗੁਰੂ ਨਾਨਕ ਨੂੰ ਯਾਦ ਕਰੇਗਾ, ਸਿਮਰਨ ਕਰੇਗਾ, ਨਾਮ ਜਪੇਗਾ, ਸੁਰਤੀ ਲਾਏਗਾ, ਇਸ ਸਰੀਰ ਤੋਂ ਨਿਰਮੋਹ ਹੋ ਜਾਏਗਾ, ਅੰਦਰ ਪ੍ਰਕਾਸ਼ ਹੋਵੇਗਾ, ਗੁਰੂ ਨਾਨਕ ਦੇ ਦਰਸ਼ਨ ਹੋਣਗੇ।
ਤਾਂ ਅੰਦਰ ਪ੍ਰਕਾਸ਼ ਕਿਵੇਂ ਹੋਏਗਾ ਤੇ ਗੁਰੂ ਨਾਨਕ ਦੇ ਦਰਸ਼ਨ ਕਿਵੇਂ ਹੋਣਗੇ ਜੇ ਵਿਕਾਰੀ ਸਰੀਰ ਦੀਆਂ ਆਦਤਾਂ ਛੱਡੇਗਾ। ਆਦਤਾਂ ਛੱਡਣੀਆਂ ਬਹੁਤ ਔਖੀਆਂ ਨੇ। ਪਹਿਲਾਂ ਅੰਮ੍ਰਿਤ ਛਕੇਗਾ, ਗੁਰੂ ਨਾਨਕ ਦਾ ਪੁੱਤਰ ਬਣੇਗਾ, ਫਿਰ ਕੁਰੈਤ ਨਹੀਂ ਕਰੇਗਾ, ਰਹਿਤ ਰੱਖੇਗਾ। ਹੁਣ ਬਾਣੀ ਵਿਚਾਰੇਗਾ, ਬਾਣੀ ਅੰਦਰ ਅਸਰ ਕਰੇਗੀ, ਸੁਭਾਅ ਬਦਲੇਗਾ। ਹੁਣ ਵਾਹਿਗੁਰੂ 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 ਨਾਮ ਜਪੇਗਾ, ਸੁਰਤ ਲੱਗੇਗੀ, ਮਨ ਟਿਕੇਗਾ, ਮਨ ਬਦਲੇਗਾ। ਪਹਿਲਾਂ ਸੁਭਾਅ, ਪਹਿਲੇ ਸੰਸਕਾਰ ਬਦਲਣਗੇ ਤਾਂ ਇਹ ਸਰੀਰ ਸਿੱਧਾ ਹੋਵੇਗਾ। ਸੇਵਾਦਾਰ ਬਣ ਕੇ ਗੁਰਸਿੱਖਾਂ ਦੀ, ਸੰਗਤ ਦੀ, ਗੁਰੂ ਦੀ, ਵਾਹਿਗੁਰੂ ਦੀ ਸੇਵਾ ਕਰੇਗਾ ਤੇ ਇਨਸਾਨੀਅਤ ਧਾਰੇਗਾ। ਵਾਹਿਗੁਰੂ ਨਾਲ ਜੋੜਨ ਵਾਲਾ ਨਾਮ ਹੈ ਵਾਹਿਗੁਰੂ ਨਾਮ। ਵਾਹਿਗੁਰੂ 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 ਵਾਹਿਗੁਰੂ। ਇਹ ਵਾਹਿਗੁਰੂ ਹੀਰਾ ਹੈ, ਵਾਹਿਗੁਰੂ ਮੋਤੀ ਹੈ, ਜਵਾਹਰਤ ਹੈ। ਇਸ ਨੂੰ ਇਕੱਠਾ ਕਰਨ ਨੂੰ ਕਿਹਾ ਹੈ, ਜਮ੍ਹਾਂ ਕਰਨ ਨੂੰ ਕਿਹਾ ਹੈ, ਹਿਰਦਾ ਬੈਂਕ ਭਰਨ ਨੂੰ ਕਿਹਾ ਹੈ। ਇਸ ਦੇ ਨਾਲ ਹੀ ਮੁਕਤੀ ਮਿਲਣੀ ਹੈ। ਰੱਬ ਦਾ ਗਿਆਨ ਹੋਣਾ ਹੈ, ਰੱਬ ਨਾਲ ਸਾਂਝ ਪੈਣੀ ਹੈ, ਦੋਸਤੀ ਹੋਣੀ ਹੈ, ਰੱਬ ਨਾਲ ਮਿਲਾਪ ਹੋਣਾ ਆ, ਇਨਸਾਨੀਅਤ ਆਉਣੀ ਹੈ, ਸੱਚਖੰਡ ਜਾਣਾ ਹੈ, ਪ੍ਰਕਾਸ਼ ਹੋਣਾ ਹੈ ਅਤੇ ਗੁਰੂ ਨਾਨਕ ਦੇ ਦਰਸ਼ਨ ਹੋਣੇ ਹਨ। ਵਾਹਿਗੁਰੂ ਗੁਰਬਾਣੀ ਰਾਹੀਂ ਸਮਝਾਉਂਦਾ ਹੈ, ਜਿੱਥੇ ਸੁਆਹ ਦੀ ਪੁੜੀ ਮੰਗਦਾ ਹੈ ਉੱਥੇ ਹੀਰਿਆਂ ਦਾ ਹਾਰ ਵੀ ਮੰਗਿਆ ਕਰ। ਸੁਆਹ ਦੀ ਪੁੜੀ ਸਰੀਰ ਲਈ, ਹੀਰਿਆਂ ਦਾ ਹਾਰ ਗੁਰੂ ਨਾਨਕ ਲਈ, ਅੰਦਰ ਦੇ ਰੱਬ ਲਈ। ਹੌਲੀ ਹੌਲੀ ਸਮਝ ਆਉਂਦੀ ਜਾਏਗੀ। ਹੀਰਿਆਂ ਦਾ ਹਾਰ ਮਿਲ ਜਾਏ ਤਾਂ ਫਿਰ ਸੁਆਹ ਦੀ ਪੁੜੀ ਦੀ ਕੀ ਲੋੜ ਹੈ। ਪਹਿਲਾਂ ਪਹਿਲਾਂ ਸੁਆਹ ਦੀ ਪੁੜੀ ਹੀ ਚੰਗੀ ਲੱਗਦੀ ਹੈ। 20-30 ਸਾਲਾਂ ਬਾਅਦ ਹੀਰਿਆਂ ਦੇ ਹਾਰ ਦੀ ਸਮਝ ਆਉਂਦੀ ਹੈ। ਵਾਹਿਗੁਰੂ ਹੀਰਿਆਂ ਦਾ ਹਾਰ ਦਿੰਦਾ ਹੀ ਨਹੀਂ, ਦੇਣਾ ਵੀ ਨਹੀਂ ਚਾਹੁੰਦਾ। 5 ਭੂਤਕ ਸਰੀਰ ਨੂੰ ਤਾਂ ਦਿੰਦਾ ਹੀ ਨਹੀਂ, ਗੁਰੂ ਨਾਨਕ ਨੂੰ ਦਿੰਦਾ ਹੈ। ਜਿੰਨਾ ਚਿਰ ਕੋਈ ਵੀ ਸਰੀਰ ਦੀ ਗੰਦੀ ਆਦਤ ਹੈ, ਹੀਰਿਆਂ ਦਾ ਹਾਰ ਨਹੀਂ ਮਿਲੇਗਾ। ਜਦੋਂ ਸਰੀਰ ਆਪਣੀਆਂ ਸਾਰੀਆਂ ਗੰਦੀਆਂ ਆਦਤਾਂ ਛੱਡ ਗਿਆ, ਗੁਰੂ ਨਾਨਕ ਵਾਂਗ ਪਰਉਪਕਾਰੀ ਹੋ ਗਿਆ, ਉਦੋਂ ਹੀਰਿਆਂ ਦਾ ਹਾਰ ਮਿਲੇਗਾ ਤੇ ਉਦੋਂ ਹੀ ਗੁਰੂ ਨਾਨਕ ਦਿੰਦਾ ਹੈ। ਤੇ ਦਿੰਦਾ ਸਿਰਫ ਆਪਣੇ ਪੁੱਤਰ ਗੁਰੂ ਨਾਨਕ ਨੂੰ ਹੀ ਹੈ, ਦੂਸਰੇ ਨੂੰ ਨਹੀਂ ਦਿੰਦਾ। ਹੁਣ ਦੁਨੀਆ ਦਾ ਮੋਹ ਟੁੱਟਦਾ ਜਾਏਗਾ, ਰੱਬ ਨਾਲ ਜੁੜਦਾ ਜਾਏਗਾ। ਇਹ ਹੈ ਬਖਸ਼ਿਸ਼। ਅੰਦਰੋਂ ਸਾਰੇ ਵਿਕਾਰ ਨਿਕਲ ਜਾਣਗੇ, ਰੱਬੀ ਗੁਣ, ਦੈਵੀ ਗੁਣ ਆ ਜਾਣੇ। ਇਹ ਹੈ ਬਖਸ਼ਿਸ਼। ਮਾਇਆ ਦਾ ਪਿਆਰ ਘਟ ਜਾਏਗਾ, ਨਾਮ ਨਾਲ ਪੈ ਜਾਏਗਾ। ਇਹ ਹੈ ਬਖਸ਼ਿਸ਼। ਪਰਿਵਾਰ ਨਾਲ ਮੋਹ ਟੁੱਟ ਜਾਏਗਾ, ਵਹੁਟੀ ਬੱਚਿਆਂ ਨਾਲ ਪਿਆਰ ਖਤਮ ਹੋ ਜਾਏਗਾ, ਪਿਆਰ ਬਾਣੀ ਨਾਲ ਪਏਗਾ। ਇਹ ਹੈ ਬਖਸ਼ਿਸ਼। ਜ਼ਮੀਨ ਜਾਇਦਾਦ, ਮਹਿਲ ਮਾੜੀਆਂ, ਪਲਾਟ, ਪ੍ਰਾਪਰਟੀ ਸਾਰੀ ਝੂਠੀ ਝੂਠੀ ਨਾਸ਼ਵੰਤ ਨਜ਼ਰ ਆਏਗੀ, ਸੰਗਤ ਕਰਨ ਨੂੰ ਦਿਲ ਕਰੇਗਾ। ਇਹ ਹੈ ਬਖਸ਼ਿਸ਼। ਮੇਰੀ ਵਿੱਦਿਆ, ਮੇਰੀ ਸਿਆਣਪ ਕਿਤੇ ਵੀ ਕੰਮ ਨਾ ਆਈ, ਸਗੋਂ ਸਿਆਣਪ ਛੱਡ ਕੇ ਭੋਲੇ, ਬੁੱਧੂ, ਮੂਰਖ ਬਣਨਾ ਹੀ ਠੀਕ ਸੀ। ਅੰਦਰ ਸੰਸਕਾਰ ਪੈਦਾ ਹੀ ਨਾ ਹੁੰਦੇ, ਮੈਂ ਗੁਰਦੁਆਰੇ ਸੇਵਾ ਹੀ ਕਰਦਾ ਹੁੰਦਾ। ਇਹ ਹੈ ਬਖਸ਼ਿਸ਼। ਮੇਰਾ ਕਾਰ ਵਿਹਾਰ ਕਿਤੇ ਕੰਮ ਨਾ ਆਇਆ, ਸਗੋਂ ਜਾਲ ਬਣਦਾ ਗਿਆ, ਮੈਂ ਸਿਮਰਨ ਹੀ ਕਰ ਲੈਂਦਾ। ਇਹ ਹੈ ਬਖਸ਼ਿਸ਼। ਮੈਂ
ਮੈਂ ਮੇਰੀ ਵਿੱਚ ਹੀ ਜ਼ਿੰਦਗੀ ਗੁਜ਼ਾਰ ਦਿੱਤੀ। ਸੰਗਤ ਦੀ ਸੇਵਾ ਹੱਥੀਂ ਕਰਦਾ, ਜੂਠੇ ਭਾਂਡੇ ਮਾਂਜਦਾ, ਚਰਨ ਧੂੜ ਲੈਂਦਾ, ਝਾੜੂ ਪੋਚੇ ਦੀ ਸੇਵਾ ਕਰਦਾ, ਹੱਥੀਂ ਲੰਗਰ ਦੀ ਸੇਵਾ ਕਰਦਾ। ਮੇਰੀ ਹਉਮੈ ਮਰ ਜਾਂਦੀ। ਇਹ ਹੈ ਬਖਸ਼ਿਸ਼। ਰੱਬ ਵਿੱਚ ਪੱਕਾ ਵਿਸ਼ਵਾਸ ਹੋ ਜਾਣਾ, ਇਹ ਹੈ ਬਖਸ਼ਿਸ਼। ਗੁਰਬਾਣੀ ਦੀ ਵਿਚਾਰ ਕਰੀ ਜਾਣੀ ਤੇ ਸਮਝ ਆਈ ਜਾਣੀ। ਰੱਬ ਨਾਲ ਨੇੜਤਾ ਮਹਿਸੂਸ ਹੋਈ, ਇਹ ਹੈ ਬਖਸ਼ਿਸ਼। ਸਿਮਰਨ ਕਰੀ ਜਾਣਾ ਤੇ ਸੁਰਤ ਲੱਗ ਜਾਣੀ। ਫਿਰ ਅੰਦਰੋਂ ਹੀ ਵਾਹਿਗੁਰੂ ਵਾਹਿਗੁਰੂ ਇੱਕ ਰਸ ਸੁਣਨ ਲੱਗ ਪੈਣਾ, ਇਹ ਹੈ ਬਖਸ਼ਿਸ਼। ਸਿਮਰਨ ਕਰਦਿਆਂ ਕਰਦਿਆਂ ਵੈਰਾਗ ਆਉਣਾ, ਇਹ ਹੈ ਬਖਸ਼ਿਸ਼। ਸਿਮਰਨ ਕਰਦਿਆਂ ਕਰਦਿਆਂ ਅੰਮ੍ਰਿਤ ਰਸ ਆਉਣਾ, ਇਹ ਹੈ ਬਖਸ਼ਿਸ਼। ਸਿਮਰਨ ਕਰਦਿਆਂ ਕਰਦਿਆਂ ਸੁੰਨ ਸਮਾਧ ਹੋ ਜਾਣਾ, ਹੋਸ਼ ਹੀ ਨਾ ਰਹਿਣੀ, ਪਿੱਛੇ ਡਿੱਗ ਪੈਣਾ, ਟਾਈਮ ਦਾ ਪਤਾ ਹੀ ਨਾ ਲੱਗਣਾ, ਇਹ ਹੈ ਬਖਸ਼ਿਸ਼। ਸਿਮਰਨ ਕਰਦਿਆਂ ਕਰਦਿਆਂ ਪ੍ਰਕਾਸ਼ ਹੋਣਾ, ਹੁੰਦੇ ਰਹਿਣਾ, ਬਹੁਤ ਪ੍ਰਕਾਸ਼ ਹੋਣਾ, ਇਹ ਹੈ ਬਖਸ਼ਿਸ਼। ਸਿਮਰਨ ਚੱਲੀ ਜਾ ਰਿਹਾ ਹੈ, ਪਿੱਛੇ ਡਿੱਗ ਪਏ ਹੋ, ਪ੍ਰਕਾਸ਼ ਹੋਈ ਜਾ ਰਿਹਾ ਹੈ, ਬਹੁਤ ਪ੍ਰਕਾਸ਼ ਹੋ ਰਿਹਾ, ਬਹੁਤ ਬਹੁਤ ਹੀ ਪ੍ਰਕਾਸ਼ ਨਜ਼ਰ ਆ ਰਿਹਾ ਹੈ, ਇਹ ਹੈ ਬਖਸ਼ਿਸ਼। ਪ੍ਰਕਾਸ਼ ਰੱਬ ਹੈ। ਇਸ ਪ੍ਰਕਾਸ਼ ਵਿੱਚੋਂ ਹੁਣ ਗੁਰੂ ਸਾਹਿਬ ਨਜ਼ਰ ਆਉਣਗੇ, ਪਹਿਲੇ ਪਾਤਸ਼ਾਹ ਜਾਂ 10ਵੇਂ ਪਾਤਸ਼ਾਹ। ਚੰਗੀ ਤਰ੍ਹਾਂ ਦਰਸ਼ਨ ਹੋਣਗੇ, ਇਹ ਹੈ ਬਖਸ਼ਿਸ਼। ਹੁਣ ਗੁਰੂ ਸਾਹਿਬ ਨਾਲ ਗੱਲਬਾਤ ਹੋਵੇਗੀ। ਮੱਥਾ ਟੇਕੋ, ਪੈਰ ਚੁੰਮੋ, ਪਾਤਸ਼ਾਹ ਨੂੰ ਘੁੱਟ ਕੇ ਮਿਲੋ, ਪਾਰਸ ਨੂੰ ਮਿਲ ਕੇ ਸੋਨਾ ਹੋ ਜਾਓ, ਇਹ ਹੈ ਬਖਸ਼ਿਸ਼। ਹੁਣ ਸੱਚਖੰਡ ਜਾਣ ਲਈ ਬੇਨਤੀ ਕਰੋ। ਪਾਤਸ਼ਾਹ ਸੱਚਖੰਡ ਲੈ ਜਾਣਗੇ, ਉੱਥੇ ਬੈਠੇ ਰਹੋ, ਜਲਦੀ ਵਾਪਸ ਆਉਣ ਦੀ ਨਾ ਕਰੋ, ਇਹ ਹੈ ਪੂਰੀ ਬਖਸ਼ਿਸ਼। ਤੁਹਾਡਾ ਜੀਵਨ ਮਨੋਰਥ ਪੂਰਾ ਹੋ ਗਿਆ। ਤੁਹਾਡਾ ਪੰਜ ਭੂਤਕ ਸਰੀਰ ਸੱਚਖੰਡ ਨਹੀਂ ਗਿਆ। ਅੰਦਰਲੀ ਜੀਵ ਆਤਮਾ, ਅੰਦਰਲਾ ਰੱਬ, ਅੰਦਰਲਾ ਗੁਰੂ ਨਾਨਕ ਹੀ ਗਿਆ ਹੈ। ਉੱਥੇ ਸਰੀਰ ਜਾਂਦਾ ਹੀ ਨਹੀਂ। ਸੱਚਖੰਡ ਵਸੈ ਨਿਰੰਕਾਰ। ਉੱਥੇ ਨਿਰੰਕਾਰ ਹੀ ਜਾਂਦਾ ਹੈ, ਅੰਦਰਲਾ ਰੱਬ ਹੀ ਜਾਂਦਾ ਹੈ, ਅੰਦਰਲਾ ਗੁਰੂ ਨਾਨਕ ਹੀ ਜਾਂਦਾ ਹੈ। ਮਰਨ ਤੋਂ ਬਾਅਦ ਤਾਂ ਸਰੀਰ ਸੁਆਹ ਹੀ ਹੋ ਜਾਂਦਾ ਹੈ, ਫਿਰ ਵੀ ਅੰਦਰਲਾ ਗੁਰੂ ਨਾਨਕ ਹੀ ਜਾਂਦਾ ਹੈ, ਪਰ ਵਾਪਸ ਨਹੀਂ ਆਉਂਦਾ, ਕਿਉਂਕਿ ਸਰੀਰ ਉਸ ਦਾ ਨਿਵਾਸ ਘਰ ਹੈ। ਸਰੀਰ ਤੋਂ ਬਗੈਰ ਰੱਬ ਰਹਿ ਨਹੀਂ ਸਕਦਾ। ਗੁਰਬਾਣੀ ਵਿੱਚ ਲਿਖਿਆ ਹੈ, ਹਰ ਜਪੈ ਹਰ ਮੰਦਰ ਸਾਜਿਆ। ਹਰੀ ਨੇ, ਰੱਬ ਨੇ ਆਪਣੇ ਰਹਿਣ ਲਈ ਸਰੀਰ ਨੂੰ ਆਪਣਾ ਘਰ ਬਣਾਇਆ ਹੈ। ਮੈਂ ਇਸ ਘਰ ਵਿੱਚ ਬੈਠ ਕੇ ਸਿਮਰਨ ਕਰਾਂਗਾ। ਖੇਡ ਔਖੀ ਬਣਾ ਦਿੱਤੀ। ਸਰੀਰ ਗੰਦਾ, ਰੱਬ ਬਹੁਤ ਚੰਗਾ। ਇਸ ਸਰੀਰ ਵਿੱਚੋਂ ਇਸ ਦੀਆਂ ਗੰਦੀਆਂ ਆਦਤਾਂ ਕੌਣ ਕੱਢੇਗਾ? ਜੇ ਇੰਨੀਆਂ ਗੰਦੀਆਂ ਆਦਤਾਂ ਇਸ ਵਿੱਚ ਹਨ ਤਾਂ ਦੈਵੀ ਗੁਣਾਂ ਵਾਲਾ ਵਾਹਿਗੁਰੂ ਨਾਮ ਕਿੱਥੇ ਵਸੇਗਾ? ਨਾਮ ਦਾ ਵਾਸਾ ਹੋਣਾ ਬਹੁਤ ਮੁਸ਼ਕਿਲ ਹੈ। ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ। ਸਰੀਰ ਮਰਦਾ ਮਰ ਜਾਊ, ਪਰ ਸੁਭਾਅ ਨਹੀਂ ਬਦਲਦਾ। ਸੁਭਾਅ ਦਾ ਬਦਲਣਾ ਨਿਰੋਲ ਮਿਹਰ ਹੈ। ਯਾਦ ਰੱਖੋ, ਆਦਤਾਂ ਛੱਡਣੀਆਂ ਹਨ। ਰੱਬ ਨੂੰ ਮਿਲਣਾ ਹੈ। ਜੰਮਣ ਤੋਂ ਪਹਿਲਾਂ ਹੀ ਮਾਂ ਦੇ ਪੇਟ ਵਿੱਚ ਅੰਮ੍ਰਿਤ ਛਕੋ, ਭਾਵੇਂ 5-6 ਵਾਰੀ ਛਕ ਲਓ। ਚੌਥੇ ਮਹੀਨੇ, 5ਵੇਂ ਮਹੀਨੇ, 6ਵੇਂ ਮਹੀਨੇ, 7ਵੇਂ ਮਹੀਨੇ, 8ਵੇਂ ਮਹੀਨੇ, 9ਵੇਂ ਮਹੀਨੇ ਬੱਚਾ ਜੰਮਣ ਤੋਂ ਪਹਿਲਾਂ ਅੰਮ੍ਰਿਤ ਛਕ ਲਓ। ਬੱਚਾ ਬਹੁਤ ਸਿਆਣਾ, ਬਹੁਤ ਆਗਿਆਕਾਰੀ ਅਤੇ ਗੁਰਮੁਖ ਹੋਵੇਗਾ। ਨਾਰਮਲ ਡਿਲੀਵਰੀ ਹੋਵੇਗੀ। ਵਾਹਿਗੁਰੂ ਅੱਗੇ ਅਰਦਾਸਾਂ ਕਰਦੇ ਜਾਓ। ਬੱਚਾ ਜੰਮ ਪਿਆ,
ਬੱਚੇ ਨੂੰ ਅੰਮ੍ਰਿਤ ਛਕਾਓ, ਗੁਰੂ ਨਾਨਕ ਦਾ ਪੁੱਤਰ ਬਣਾਓ। ਸਾਲ ਤੋਂ ਪਹਿਲਾਂ ਮਾਂ ਦੁੱਧ ਪਿਆਉਂਦੀ ਹੈ, ਉਸ ਨੂੰ ਸੁਆਉਂਦੀ ਸਿਮਰਨ ਕਰੇ। ਸਾਲ ਤੋਂ ਬਾਅਦ ਬੱਚੇ ਕੋਲੋਂ ਸਿਮਰਨ ਕਰਾਓ। 2 ਮਿੰਟ, 3 ਮਿੰਟ, 5 ਮਿੰਟ, ਫਿਰ 10 ਮਿੰਟ। ਬੱਚੇ ਨੂੰ ਦਰਸ਼ਨ ਹੋਣਗੇ, ਸੱਚਖੰਡ ਜਾਏਗਾ। ਤੁਸੀਂ ਸੱਚਮੁੱਚ ਰੱਬ ਨੂੰ ਮਿਲਣਾ ਚਾਹੁੰਦੇ ਹੋ? ਸਿਰਫ ਗੁਰਬਾਣੀ ਵਿਚਾਰਨੀ ਸਿੱਖੋ। ਬਹੁਤਾ ਨਾ ਪੜੋ, ਮਾਇਆ ਨਾ ਕਮਾਓ, ਹੀਰਿਆਂ ਦਾ ਹਾਰ ਲਓ, ਸੁਆਹ ਨਾ ਮੰਗੋ। ਦੁਨੀਆ ਵਿੱਚ ਨਾ ਵਿਚਰੋ, ਸਿਰਫ ਸਿਮਰਨ ਕਰੋ। ਸਿਮਰਨ ਵਾਹਿਗੁਰੂ ਵਾਹਿਗੁਰੂ 8 ਤੋਂ 16 ਘੰਟੇ ਰੋਜ਼। ਮਹੀਨੇ ਵਿੱਚ ਪ੍ਰਕਾਸ਼ ਹੋ ਜਾਏਗਾ, ਸੱਚਖੰਡ ਚਲੇ ਜਾਓਗੇ। ਗੰਦੀਆਂ ਆਦਤਾਂ ਪੈਣੀਆਂ ਹੀ ਨਹੀਂ। ਇਹ ਨਿਰੋਲ ਬਖਸ਼ਿਸ਼ ਹੈ। ਰੱਬ ਸੱਜਣ ਠੱਗ ਨੂੰ ਆਪ ਜਾ ਮਿਲਿਆ। ਰੱਬ ਕੌਡੇ ਰਾਖਸ਼ ਨੂੰ ਆਪ ਜਾ ਮਿਲਿਆ। ਭੂਮੀਏ ਚੋਰ ਨੂੰ ਆਪ ਜਾ ਮਿਲਿਆ। ਜਾਦੂ ਟੂਣੇ ਕਰਨ ਵਾਲਿਆਂ ਨੂੰ ਆਪ ਜਾ ਮਿਲਿਆ। ਜਨਕ ਰਾਜਾ ਸੀ, ਆਪ ਜਾ ਮਿਲਿਆ। ਅਮੀਰਾਂ ਨੂੰ ਵੀ ਮਿਲਦਾ ਹੈ, ਪਰ ਜਿਸ ਤੇ ਆਪ ਬਖਸ਼ਿਸ਼ ਕਰਦਾ ਹੈ। ਤੁਸੀਂ ਰੱਬ ਨੂੰ ਪਹਿਲਾਂ ਮਿਲੋ, ਫਿਰ ਕੋਈ ਵੀ ਕੰਮ ਕਰ ਲਓ, ਪਰ ਬਾਬੇ ਨਾਨਕ ਦੀ ਤਰ੍ਹਾਂ ਪ੍ਰਚਾਰ ਕਰੋ। ਤੁਸੀਂ ਦੇਖੋਗੇ ਮਾਇਆ ਲਕਸ਼ਮੀ ਰੋਜ਼ ਤੁਹਾਨੂੰ ਮੱਥਾ ਟੇਕਣ ਆਏਗੀ। ਸੇਵਾ ਪੁੱਛੇਗੀ, ਮਹਾਰਾਜ ਮੇਰੇ ਲਾਇਕ ਕੋਈ ਸੇਵਾ? ਤੁਸੀਂ ਆਵਾਜ਼ ਮਾਰੋ, ਲਕਸ਼ਮੀ ਬੋਲੇਗੀ, ਜੀ ਮਹਾਰਾਜ ਸੇਵਾ ਦੱਸੋ। ਤੁਸੀਂ ਉਸ ਦੇ ਮਾਲਕ ਹੋ, ਉਹ ਤੁਹਾਡੀ ਦਾਸੀ ਹੈ। ਪਰ ਸਾਨੂੰ ਕੋਈ ਸਮਝਾਉਂਦਾ ਹੀ ਨਹੀਂ। ਪੜ੍ਹਾਈ, ਮਾਇਆ, ਦੁਨੀਆ, ਪਰਿਵਾਰ ਤੁਹਾਨੂੰ ਜਾਲ ਵਿੱਚ ਫਸਾਇਆ ਹੈ। ਰੱਬ ਨੂੰ ਮਿਲ ਨਹੀਂ ਸਕੋਗੇ। ਗੰਦੀਆਂ ਆਦਤਾਂ ਸਗੋਂ ਪੈਂਦੀਆਂ ਜਾਣਗੀਆਂ। ਪਰਿਵਾਰ ਨੂੰ ਪਾਲਣ ਲਈ ਮਾਇਆ ਚਾਹੀਦੀ ਹੈ। ਮਾਇਆ ਕਮਾਉਣ ਲਈ ਦੁਨੀਆ ਵਿੱਚ ਵਿਚਰੋਗੇ। ਪੜ੍ਹਾਈ ਕਰੋਗੇ ਤਾਂ ਫਿਰ ਮਾਇਆ ਕਮਾ ਸਕੋਗੇ। ਮਾਇਆ ਕੰਜਰ ਬਣਾ ਦੇਵੇਗੀ, ਰੱਬ ਨੂੰ ਭੁਲਾ ਹੀ ਦੇਵੇਗੀ। ਜੀਵ ਤੂੰ ਗੁਰੂ ਨਾਨਕ ਸੀ, ਗੁਰੂ ਨਾਨਕ ਹੈ, ਤੂੰ ਸੱਚਖੰਡ ਜਾਣਾ ਹੈ। ਸਭ ਇਕੱਠੇ ਹੋਏ ਆਇਆ, ਘਰ ਜਾਸਨ ਵਾਟ ਵਟਾਇਆ। ਨਾਮ ਅੰਮ੍ਰਿਤ ਹੈ, ਨਾਮ ਸੋਨਾ ਹੈ, ਨਾਮ ਹੀਰਾ ਮੋਤੀ ਲਾਲ ਮਾਣਕ ਹੈ। ਅੰਮ੍ਰਿਤ ਸੁੱਚੇ ਤੇ ਪਵਿੱਤਰ ਭਾਂਡੇ ਵਿੱਚ ਸਮਾਉਂਦਾ ਹੈ। ਗੰਦੇ ਭਾਂਡੇ ਵਿੱਚ ਅੰਮ੍ਰਿਤ ਖਰਾਬ ਹੋ ਜਾਂਦਾ ਹੈ। ਗੰਦੀਆਂ ਆਦਤਾਂ ਵਾਲੇ ਸਰੀਰ ਵਿੱਚ ਨਾਮ ਅੰਮ੍ਰਿਤ ਕਿਵੇਂ ਟਿਕ ਸਕਦਾ ਹੈ? ਨਹੀਂ ਟਿਕ ਸਕਦਾ। ਸਰੀਰ ਦੀਆਂ ਆਦਤਾਂ ਇਹ ਹਨ: ਲੱਭ ਕੁੱਤਾ ਕੂੜ ਚੂਹੜਾ, ਠੱਗ ਖਾਧਾ ਮੁਰਦਾਰ, ਪਰ ਨਿੰਦਾ ਪਰ ਮਲ ਮੁਖ ਸੁਧੀ, ਅਗਨ ਕ੍ਰੋਧ ਚੰਡਾਲ। ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾਰ। ਰਸ ਸੋਇਨਾ ਰਸ ਰੂਪਾ, ਕਾਮਣ ਰਸ ਪਰਮਲ ਕੀ ਵਾਸ। ਰਸ ਘੋੜੇ ਰਸ ਸੇਜਾ ਮੰਦਰ, ਰਸ ਮਿੱਠਾ ਰਸ ਮਾਸ। ਏਤੇ ਰਸ ਸਰੀਰ ਕੇ, ਕੈ ਕਟ ਨਾਮ ਨਿਵਾਸ। ਗੰਦੀਆਂ ਆਦਤਾਂ ਛੱਡੀਆਂ ਜਾਣੀਆਂ ਤੇ ਅੰਮ੍ਰਿਤ ਵਰਗੇ ਵਾਹਿਗੁਰੂ ਨਾਮ ਦਾ ਨਿਵਾਸ ਹੋਣਾ ਬਹੁਤ ਔਖੀ ਗੱਲ ਹੈ। ਗੁਰੂ ਨਾਨਕ ਵਰਗੇ ਬਣੋ। ਸਰੀਰ ਦਾ ਮੋਹ ਤਿਆਗ ਕੇ ਬਣੋ। ਸਿਮਰਨ ਵਿੱਚ ਸੁਰਤੀ ਲਾ ਕੇ ਬਣੋ। ਸੇਵਾ ਕਰਕੇ ਬਣੋ। ਹਉਮੈ ਤਿਆਗ ਕੇ ਬਣੋ। ਆਪਣੀ ਹੋਂਦ ਹੀ ਭੁੱਲ ਜਾਓ। ਸਰੀਰ ਵਾਹਿਗੁਰੂ ਦਾ, ਅੰਦਰ ਵਾਹਿਗੁਰੂ, ਸਾਹ ਉਸ ਦੀ ਕਿਰਪਾ ਨਾਲ ਆ ਰਿਹਾ ਆ। ਫਿਰ ਮੇਰਾ ਕੀ ਹੈ? ਮੇਰਾ ਕੁਛ ਵੀ ਨਹੀਂ ਹੈ। ਫਿਰ ਜ਼ਿੰਦਗੀ 4 ਦਿਨਾਂ ਦੀ ਹੈ, ਅੱਗੇ ਖੇਡ ਸਦੀਵੀ ਹੈ। ਫਿਰ ਮੈਂ ਇੱਥੇ ਮੋਹ ਪਾਇਆ ਹੋਇਆ ਹੈ। ਕਿਉਂ ਮੋਹ ਪਾਇਆ ਹੋਇਆ ਹੈ? ਇੱਥੇ ਕੋਠੀ ਪਾਉਣੀ ਸੌਖੀ ਹੈ, ਅੱਗੇ ਕੋਠੀ ਪਾ ਕੇ ਦਿਖਾ।
ਜਿੱਥੇ ਕਰੋੜਾਂ ਸਾਲ ਰਹਿਣਾ ਆ, ਇੱਥੇ ਕੋਠੀ ਛੱਡ ਕੇ ਚਲੇ ਜਾਣਾ ਹੈ। ਅੱਗੇ ਹਮੇਸ਼ਾ ਲਈ ਹੈ, ਸਦੀਵੀ, ਫੋਰ ਐਵਰ। ਅੱਗੇ ਸੱਚਖੰਡ ਗੁਰੂ ਪਾਤਸ਼ਾਹ ਨੇ ਇਹ ਨਹੀਂ ਪੁੱਛਣਾ ਕਿੰਨਾ ਪੜ੍ਹਿਆ ਹੋਇਆ ਸੀ, ਕਿੰਨੀ ਕਮਾਈ ਕੀਤੀ, ਕਿੱਥੇ ਕਿੱਥੇ ਘੁੰਮਿਆ ਗਿਆ, ਕਿੱਡਾ ਪਰਿਵਾਰ ਪਾਲਿਆ, ਦੁਨੀਆ ਵਿੱਚ ਕਿੰਨਾ ਵਿਚਰਿਆ। ਇਹ ਚਾਰੇ ਗੱਲਾਂ ਕਿਤੇ ਕੰਮ ਨਹੀਂ ਆਉਣੀਆਂ। ਘਰ ਵਿੱਚ ਕੰਮ ਬੜਾ ਕਰਦੇ ਸੀ, ਸਿਮਰਨ ਕਰਨ ਨੂੰ ਸਮਾਂ ਹੀ ਨਹੀਂ ਮਿਲਿਆ। ਖੇਤੀਬਾੜੀ ਵਿੱਚੋਂ ਵੇਲ ਹੀ ਨਹੀਂ ਮਿਲਿਆ। ਵਪਾਰਕ ਦਾਇਰਾ ਐਡਾ ਵੱਡਾ ਸੀ, ਰੱਬ ਯਾਦ ਹੀ ਨਹੀਂ ਆਇਆ। ਮਾਇਆ ਕੰਜਰੀ ਨੇ ਰੱਬ ਭੁਲਾ ਦਿੱਤਾ। ਜੀਵ ਤੂੰ ਦੱਸ ਦੇ, ਤੇਰੀ ਹੋਂਦ ਕੀ ਹੈ? ਅੱਗੇ ਨਾਮ ਸਿਮਰਨ ਤੋਂ ਬਗੈਰ ਕੋਈ ਵੀ ਗੱਲ ਪੁੱਛੀ ਹੀ ਨਹੀਂ ਜਾਣੀ। ਫਿਰ ਇੱਥੇ 4 ਦਿਨਾਂ ਲਈ ਝੱਖ ਮਾਰਨ ਦੀ ਕੀ ਲੋੜ ਹੈ? ਪਰ ਸਾਨੂੰ ਸਮਝ ਨਹੀਂ, ਨਾ ਹੀ ਕੋਈ ਸਮਝਾਉਂਦਾ ਹੈ। ਮਾਇਆ ਦੇ ਪੁਤਲੇ ਸਰੀਰ ਨੂੰ ਮਾਇਆ ਨਾਲ ਬਹੁਤ ਪਿਆਰ ਹੈ। ਮਾਇਆ ਕਮਾਉਣ ਵਾਲਾ ਸਭ ਤੋਂ ਸਿਆਣਾ ਪੁੱਤਰ, ਭਾਵੇਂ ਚਾਰੇ ਕੁਰੈਤਾਂ ਕਰਦਾ ਹੋਵੇ। ਬੂਢੋ ਡੁੱਬ ਗਿਆ, ਨਰਕ ਵਿੱਚ ਗਿਆ। ਬੂਢੋ ਬੰਸ ਕਬੀਰ ਕਾ ਉਪਜਿਓ ਪੂਤ ਕਮਾਲ, ਹਰ ਕਾ ਸਿਮਰਨ ਛਾੜ ਕੇ ਘਰ ਮੈਂ ਆਇਆ ਮਾਲ। ਪੈਸੇ ਬਹੁਤ ਕਮਾਈ ਜਾਂਦਾ ਹੈ, ਵਾਹਿਗੁਰੂ ਸਿਮਰਨ ਕਰਦਾ ਨਹੀਂ। ਕਬੀਰ ਦੀ ਕੁੱਲ ਹੀ ਡੁੱਬ ਜਾਣੀ ਹੈ। ਉਹਨੂੰ ਕੋਈ ਸਮਝਾਉਂਦਾ ਹੀ ਨਹੀਂ, ਕਮਾਲ ਦਾ ਪੁੱਤਰ ਜੰਮਿਆ ਹੈ। ਇਹ ਮਾਇਆ ਸੁਆਹ ਦੀ ਪੁੜੀ ਹੈ। ਸਿਮਰਨ ਹੀਰਿਆਂ ਦਾ ਹਾਰ ਹੈ। ਅੱਗੇ ਸਿਰਫ ਤੇ ਸਿਰਫ ਵਾਹਿਗੁਰੂ ਦੀ ਕੀਤੀ ਕਮਾਈ ਹੀ ਕੰਮ ਆਉਣੀ ਹੈ। ਅੱਗੇ ਹੀਰੇ, ਮੋਤੀ, ਲਾਲ, ਮਾਣਕ ਹੀ ਦੇਖੇ ਜਾਂਦੇ ਹਨ, ਸੁਆਹ ਦੀ ਪੁੜੀ ਨਹੀਂ। ਫਿਰ ਵੀ ਸਾਰੀ ਦੁਨੀਆ ਮਾਇਆ ਕਮਾਉਣ ਵਿੱਚ ਹੀ ਲੱਗੀ ਹੋਈ ਹੈ। ਦਿਨ ਰਾਤ ਨੱਠ ਭੱਜ ਮਾਇਆ ਲਈ ਹੋ ਰਹੀ ਹੈ। ਧਨ ਹੈ ਉਹ ਸਿਰਜਣਹਾਰ ਦੀ ਖੇਡ, ਜੋ ਬੰਦੇ ਨੂੰ ਸਮਝ ਹੀ ਨਹੀਂ ਆ ਰਹੀ। ਸਮਝ ਕਿਸੇ ਨੂੰ ਹੋਵੇ ਤਾਂ ਸਮਝਾਵੇ। ਗੁਰੂ ਪਾਤਸ਼ਾਹ ਤੋਂ ਬਗੈਰ ਕਿਸੇ ਨੂੰ ਸਮਝ ਹੀ ਨਹੀਂ। ਪਾਤਸ਼ਾਹ ਹੀਰਿਆਂ ਦਾ ਹਾਰ ਦਿੰਦੇ ਹੀ ਨਹੀਂ। ਜਿਸ ਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ। ਕਿਸੇ ਹੋਰ ਕੰਮ ਨਾਲ ਮਿਹਰ ਅੱਖਰ ਆਇਆ ਹੋਵੇ ਦਿਖਾ ਦੇ। ਤੂੰ ਬਹੁਤ ਪੜ੍ਹਿਆ ਹੋਇਆ ਆ, ਬੜੀ ਮਿਹਰ ਹੈ। ਬੜਾ ਅਮੀਰ ਹੈ, ਬੜੀ ਮਿਹਰ ਹੈ। ਬੜੀ ਜ਼ਮੀਨ ਹੈ, ਬੜੀ ਮਿਹਰ ਹੈ। ਬੜੀ ਜਾਇਦਾਦ ਹੈ, ਬੜੀ ਮਿਹਰ ਹੈ। ਸਾਰਾ ਟੱਬਰ ਅਮਰੀਕਾ ਗਿਆ ਹੋਇਆ ਹੈ, ਬੜੀ ਮਿਹਰ ਹੈ। ਘਰ-ਬਾਰ ਬਹੁਤ ਸੋਹਣਾ ਹੈ, ਬੜੀ ਮਿਹਰ ਹੈ। ਕਰ ਬੰਦੇ ਤੂੰ ਬੰਦਗੀ, ਜਿਚਰ ਘਟ ਮੈਂ ਸਾਹ। ਵਾਹਿਗੁਰੂ ਅਖੀਰਲੇ ਸਾਹ ਤੱਕ ਵਾਹਿਗੁਰੂ ਵਾਹਿਗੁਰੂ ਸਿਮਰਦਾ ਜਾ। ਇਹ ਹੀਰਿਆਂ ਦਾ ਹਾਰ ਗਲ ਵਿੱਚ ਪਾ। ਤੈਨੂੰ ਅੱਗੇ ਸੱਚਖੰਡ ਰਹਿਣ ਨੂੰ ਜਗ੍ਹਾ ਮਿਲੇ। ਸਦੀਵੀ ਸੁਖੀ ਰਹੇ, ਆਨੰਦ ਮਾਣਦਾ ਰਹੇ। ਤੇਰੀ ਆਤਮਾ ਪਰਮਾਤਮਾ ਵਿੱਚ ਸਮਾ ਜਾਵੇ। ਇਹੀ ਤੇਰਾ ਅਸਲ ਮਨੋਰਥ ਸੀ। ਇਸੇ ਲਈ ਮਨੁੱਖਾ ਜਨਮ ਮਿਲਿਆ ਸੀ। ਚੱਲੈ ਜਨਮ ਸਵਾਰ, ਵੱਖਰ ਸੱਚ ਲੈ। ਪਤ ਪਾਏ ਦਰਬਾਰ, ਸਤਿਗੁਰ ਸ਼ਬਦ ਪੈ। ਅੱਗੇ ਇੱਜ਼ਤ ਮਿਲੇਗੀ ਸੱਚਖੰਡ। ਇੱਕ ਸੀਟ ਬੁੱਕ ਕਰਵਾ ਲੈ ਸੱਚਖੰਡ ਦੀ। ਇੱਥੇ ਦੇਗ ਬਣਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰ, ਮੇਰੀ ਇੱਕ ਸੀਟ ਸੱਚਖੰਡ ਬੁੱਕ ਕਰੋ। ਸੱਚ ਮਿਲਿਆ ਤਿਨਾਂ ਸੋਫੀਆਂ, ਰਾਖਣ ਕੋ ਦਰਬਾਰ। ਰਿਜ਼ਰਵੇਸ਼ਨ ਅੰਮ੍ਰਿਤ ਛਕ ਕੇ ਸੀਟ ਬੁੱਕ ਹੁੰਦੀ ਹੈ। ਸਾਰੇ ਪਰਿਵਾਰ ਦੀ ਸਿੱਖ ਸੀਟ ਬੁੱਕ ਕਰਾ ਲੈ, ਸਾਰੇ ਰਿਸ਼ਤੇਦਾਰਾਂ ਦੀ ਕਰਾ ਲੈ, ਹੋ ਜਾਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।